ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਹੋਏ ਹਨ। ਆਪ ਦਾ ਪਹਿਲਾ ਨਾਂ ਭਾਈ ਜੇਠਾ ਜੀ ਸੀ। ਆਪ ਦਾ ਜਨਮ ਲਾਹੌਰ ਵਿੱਚ ਸੋਢੀ ਹਰੀਦਾਸ ਜੀ ਦੇ ਘਰ ਹੋਇਆ। ਆਪ ਕਿਰਤ ਕਰਨ ਅਤੇ ਮਨੁੱਖਤਾ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਜੀ ਦੀ ਬਾਣੀ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਵਿੱਚੋਂ 8 ਵਾਰਾਂ ਆਪ ਜੀ ਦੀਆਂ ਹੀ ਰਚੀਆਂ ਹੋਈਆਂ ਹਨ। ਆਪ ਦੇ ਕਥਨ ਵਿੱਚ ਸਾਦਗੀ, ਸਰਲਤਾ ਅਤੇ ਬੋਲੀ ਵਿੱਚ ਮਿਠਾਸ ਹੈ। ਆਪ ਦੀ ਸ਼ੈਲੀ ਵਿੱਚ ਵਿਸਥਾਰ ਵਧੇਰੇ ਹੈ, ਪਰੰਤੂ ਫਿਰ ਵੀ ਲੈਅ ਦੀ ਰਵਾਨਗੀ ਕਾਇਮ ਹੈ। ਬਾਣੀ ਪੜ੍ਹਨ ਅਤੇ ਸਮਝਣ ਵਿੱਚ ਬਹੁਤ ਸੌਖੀ ਹੈ। ਆਸਾ ਦੀ ਵਾਰ ਵਿੱਚ ਗਾਏ ਜਾਣ ਵਾਲੇ ਛਕੇ ਛੰਤ ਆਪ ਦੀ ਇੱਕ ਪ੍ਰਸਿੱਧ ਰਚਨਾ ਹੈ। ਹਥਲੇ ਕਾਵਿ ਸੰਗ੍ਰਹਿ ਵਿੱਚ ਗੁਰੂ ਜੀ ਦੀ ਬਾਣੀ ਵਿੱਚੋਂ ਚੁਣੇ ਗਏ ਸ਼ਬਦਾਂ ਵਿੱਚ ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਕਰਨ ਕਾਰਨ ਸਮਰੱਥ ਹੋਣ ਬਾਰੇ ਦੱਸਿਆ ਗਿਆ ਹੈ। ਸੋ ਬੱਚਿਓ, ਆਪਾਂ ਪ੍ਰਸੰਗ ਕਿਸ ਤਰ੍ਹਾਂ ਲਿਖਾਂਗੇ? ਤੇ ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ, ਜਿਹੜਾ ਵੀ ਸਿਰਲੇਖ ਆਏਗਾ ਅੱਗੇ ਆਪਾਂ ਲਿਖ ਦਾਂਗੇ ਬੱਚਿਓ, ਜਿਵੇਂ ਹਉ ਪੰਥ ਦਸਾਈ ਨਿਤ ਖੜੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਜੀ ਨੇ ਪ੍ਰਭੂ ਮਿਲਾਪ ਦੀ ਤੜਫ ਅਤੇ ਪ੍ਰਭੂ ਨਾਲ ਮਿਲਾਉਣ ਵਾਲੇ ਸਤਿਗੁਰ ਦੀ ਮਹਿਮਾ ਗਾਈ ਹੈ। ਇਹ ਆਪਾਂ ਵਿਆਖਿਆ ਦੇ ਵਿੱਚੋਂ ਸਤਰ ਲੈ ਲਾਂਗੇ। ਇਸ ਤਰ੍ਹਾਂ ਹੀ ਆਪਾਂ ਪ੍ਰਸੰਗ ਲਿਖਾਂਗੇ ਬੱਚਿਓ ਆਪ ਜੀ ਦੀ ਪਵਿੱਤਰ ਬਾਣੀ ਦਾ, ਠੀਕ ਹੈ ਨਾ। ਸੋ ਚਲੋ ਫਿਰ ਆਪਾਂ ਵਿਆਖਿਆ ਕਰੀਏ। ਹਉ ਪੰਥ ਦਸਾਈ ਨਿਤ ਖੜੀ। ਮੈਂ ਸਦਾ ਤਾਂਘ ਵਿੱਚ ਖਲੋਤੀ ਹੋਈ ਪਰਮਾਤਮਾ ਦੇ ਦੇਸ਼ ਦਾ ਰਾਹ ਪੁੱਛਦੀ ਹਾਂ। ਮੈਂ ਸਦਾ ਲੋਚਦੀ ਹਾਂ ਕਿ ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ ਅਤੇ ਮੈਂ ਉਸ ਰਾਹੀਂ ਅਤੇ ਉਸ ਦੀ ਸਹਾਇਤਾ ਨਾਲ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਾਂ। ਜਿਨ੍ਹਾਂ ਸਤਸੰਗੀ ਸਹੇਲੀਆਂ ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਿਲ ਕੀਤਾ ਹੈ, ਮੈਂ ਉਹਨਾਂ ਅੱਗੇ ਤਰਲਾ ਕਰਾਂ, ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ, ਕਿਉਂਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਅ ਹੈ। ਮੈਨੂੰ ਕੋਈ ਧਿਰ ਪਰਮਾਤਮਾ ਨੂੰ ਮਿਲਾ ਦਿਓ, ਪਰ ਗੁਰੂ ਤੋਂ ਬਿਨਾਂ ਮੈਨੂੰ ਕੌਣ ਮਿਲਾ ਸਕਦਾ ਹੈ? ਮੈਂ ਸਤਿਗੁਰ ਤੋਂ ਸਦਕੇ ਜਾਂਦੀ ਹਾਂ, ਜਿਸ ਨੇ ਪਰਮਾਤਮਾ ਵਿਖਾ ਦਿੱਤਾ ਹੈ, ਜੋ ਵਿਖਾ ਦਿੰਦਾ ਹੈ। ਮੇਰਾ ਮਨ ਲੋਚਦਾ ਹੈ ਕਿ ਮੈਂ ਹੋਰ ਮਾਣ ਆਸਰਾ ਛੱਡ ਕੇ ਪੂਰੇ ਸਤਿਗੁਰ ਦੇ ਚਰਨਾਂ ਉੱਤੇ ਡਿੱਗ ਪਵਾਂ। ਗੁਰੂ ਉਹਨਾਂ ਦਾ ਮਾਣ ਆਸਰਾ ਹੈ ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ। ਨਿਮਾਣਿਆਂ ਨੂੰ ਗੁਰੂ ਦਿਲਾਸਾ ਦਿੰਦਾ ਹੈ। ਗੁਰੂ ਦੀ ਵਡਿਆਈ ਕਰ ਕਰਕੇ ਮੇਰਾ ਮਨ ਨਹੀਂ ਰੱਜਦਾ। ਗੁਰੂ ਮੈਨੂੰ ਮੇਰੇ ਪਾਸ ਹੀ ਵਸਦਾ ਪਰਮਾਤਮਾ ਨੂੰ ਮਿਲਾਉਣ ਦੇ ਸਮਰੱਥ ਹੈ। ਸਾਰੇ ਜਗਤ ਵਿੱਚ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾਂ ਸਤਿਗੁਰ ਦਾ ਦਰਸ਼ਨ ਨਹੀਂ ਹੁੰਦਾ। ਗੁਰੂ ਤੋਂ ਵਿਛੜ ਕੇ ਮੰਦਭਾਗਣ ਜੀਵ ਇਸਤਰੀ ਬੈਠੀ ਦੁਖੀ ਹੁੰਦੀ ਹੈ, ਪਰ ਜੀਵਾਂ ਦੇ ਵੀ ਕੀ ਵਸ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਨਹੀਂ ਮਿਟਾ ਸਕਦਾ। ਪਰਮਾਤਮਾ ਆਪ ਹੀ ਸਤਿਗੁਰ ਮਿਲਾਉਂਦਾ ਹੈ ਅਤੇ ਗੁਰੂ ਦੇ ਰਾਹੀਂ ਗੁਰੂ ਚਰਨਾਂ ਵਿੱਚ ਮਿਲਾਉਂਦਾ ਹੈ। ਆਪ ਹੀ ਜੀਵਾਂ ਨੂੰ ਸਤਿਗੁਰ ਦੇ ਲੜ ਲਾ ਕੇ ਮਿਹਰ ਕਰਕੇ ਆਪਣੇ ਨਾਲ ਮਿਲਾਉਣ ਦੇ ਸਮਰੱਥ ਹੈ। ਜਗਤ ਦੇ ਜੀਵਾਂ ਦਾ ਸਹਾਰਾ ਪਰਮਾਤਮਾ ਜਗਤ ਵਿੱਚ ਹਰ ਥਾਂ ਹੀ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿੱਚ ਜੋੜਦਾ ਹੈ, ਉਹ ਉਸ ਨਾਲ ਇਉਂ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਇੱਕ ਰੂਪ ਹੋ ਜਾਂਦਾ ਹੈ। ਉਸ ਤੋਂ ਬਾਅਦ ਬੱਚਿਓ, ਜਿਸ ਅੰਦਰ ਦਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਸੋ ਬੱਚਿਓ, ਆਪਾਂ ਪ੍ਰਸੰਗ ਉੱਦਾਂ ਹੀ ਲਿਖਾਂਗੇ, ਪਰ ਜਿਹੜੀ ਇੱਕ ਸਤਰ ਹੈ ਨਾ ਆਪ ਜੀ ਦੀ ਬਾਣੀ ਦੀ ਵਿਆਖਿਆ ਦੀ, ਉਹ ਆਪਾਂ ਇਸ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਜਿਵੇਂ ਸਿਰਲੇਖ ਦੱਸ ਦਾਂਗੇ, ਜਿਸ ਅੰਦਰ ਦਾਤ ਪਰਾਈ ਹੋਵੇ, ਠੀਕ ਹੈ ਨਾ। ਇਸ ਵਿੱਚ ਗੁਰੂ ਜੀ ਨੇ ਪਰਾਈ ਨਿੰਦਿਆ ਅਤੇ ਚੁਗਲੀ ਵਾਲੇ ਨੂੰ ਜੋ ਖੁਆਰੀ ਪੇਸ਼ ਆਉਂਦੀ ਹੈ ਉਸ ਦਾ ਵਰਣਨ ਕੀਤਾ ਹੈ। ਅਤੇ ਹੁਣ ਆਪਾਂ ਕੇਂਦਰੀ ਭਾਵ 'ਤੇ ਵਿਆਖਿਆ ਕਰਦੇ ਹਾਂ। ਜਿਸ ਦੇ ਹਿਰਦੇ ਵਿੱਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਵੀ ਕਦੇ ਭਲਾ ਨਹੀਂ ਹੁੰਦਾ। ਉਸ ਦੇ ਕਹਿਣ ਉੱਤੇ ਕੋਈ ਇਤਬਾਰ ਨਹੀਂ ਕਰਦਾ। ਉਹ ਤਾਂ ਮਾਨੋ ਹਮੇਸ਼ਾ ਉਜਾੜ ਵਿੱਚ ਖੜਾ ਕੂਕਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਚੁਗਲੀ ਹੁੰਦੀ ਹੈ, ਉਹ ਚੁਗਲ ਦੇ ਨਾਲ ਨਾਲ ਮਸ਼ਹੂਰ ਹੋ ਜਾਂਦਾ ਹੈ। ਉਸ ਦੀ ਪਿਛਲੀ ਕੀਤੀ ਸਾਰੀ ਕਮਾਈ ਵਿਅਰਥ ਜਾਂਦੀ ਹੈ। ਉਹ ਹਮੇਸ਼ਾ ਪਰਾਈ ਝੂਠੀ ਚੁਗਲੀ ਵਿੱਚ ਲੱਗਾ ਰਹਿੰਦਾ ਹੈ, ਚੁਗਲੀ ਕਰਦਾ ਹੈ ਅਤੇ ਇਸ
ਮੂੰਹ ਕਾਲਖ ਕਰਕੇ ਉਹ ਕਿਸੇ ਦੇ ਵੀ ਮੱਥੇ ਨਹੀਂ ਲੱਗ ਸਕਦਾ। ਇਸ ਮਨੁੱਖਾ ਜਨਮ ਵਿੱਚ ਮਨੁੱਖ ਦਾ ਸਰੀਰ ਕਰਮ ਰੂਪ ਬੀਜ ਬੀਜਣ ਲਈ ਭੋਏ ਹੈ। ਇਸ ਵਿੱਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ ਉਸੇ ਤਰ੍ਹਾਂ ਦਾ ਫਲ ਉਸ ਨੂੰ ਮਿਲਦਾ ਹੈ। ਕੀਤੇ ਹੋਏ ਕਰਮਾਂ ਦਾ ਨਿਬੇੜਾ ਗੱਲਾਂ ਉੱਤੇ ਨਹੀਂ ਹੁੰਦਾ। ਜੇਕਰ ਜ਼ਹਿਰ ਖਾਧੀ ਜਾਵੇ ਤਾਂ ਅੰਮ੍ਰਿਤ ਦੀਆਂ ਗੱਲਾਂ ਕਰਕੇ ਵੀ ਮਨੁੱਖ ਬਚ ਨਹੀਂ ਸਕਦਾ, ਤੁਰੰਤ ਮਰ ਜਾਂਦਾ ਹੈ। ਇਸ ਸੱਚੇ ਪਰਮਾਤਮਾ ਦਾ ਨਿਆਂ ਹੈ ਕਿ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਹੀ ਉਸ ਨੂੰ ਫਲ ਮਿਲਦਾ ਹੈ। ਪਰਮਾਤਮਾ ਜਿਸ ਨੂੰ ਵੀ ਇਹ ਸਭ ਕੁਝ ਸਮਝਣ ਦੀ ਬੁੱਧੀ ਬਖਸ਼ਦਾ ਹੈ ਉਹੀ ਹੀ ਪ੍ਰਭੂ ਦੇ ਦਰ ਦੀਆਂ ਗੱਲਾਂ ਕਰਕੇ ਸੁਣਾਉਂਦਾ ਹੈ। ਤੇ ਅੱਗੇ ਆ ਗਿਆ ਬੱਚੋ, ਇੱਛਾ ਪੂਰਕ ਸਰਬ ਸੁਖ ਦਾਤਾ। ਪ੍ਰਸੰਗ ਕਿੱਦਾਂ ਲਿਖਾਂਗੇ ਬੱਚੋ? ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇੱਛਾ ਪੂਰਕ ਸਰਬ ਸੁਖ ਦਾਤਾ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਜੀ ਪ੍ਰਭੂ ਦੀ ਮਹਿਮਾ ਕਰਦਿਆਂ ਜੀਵ ਨੂੰ ਉਸ ਦਾ ਨਾਮ ਸਿਮਰਨ ਦੀ ਪ੍ਰੇਰਨਾ ਦਿੰਦੇ ਹਨ। ਸੋ ਵਿਆਖਿਆ ਕਿਸ ਤਰ੍ਹਾਂ ਕਰਾਂਗੇ ਬੱਚੋ ਆਪਾਂ, ਤੇ ਕੇਂਦਰੀ ਭਾਵ ਵੀ ਮੰਨ ਲਓ, ਹੈ ਨਾ। ਜਿਹੜਾ ਹਰੀ ਮਤਲਬ ਭਾਵ ਰੱਬ ਸਾਰੀਆਂ ਕਾਮਨਾ ਪੂਰੀਆਂ ਕਰਦਾ ਹੈ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮਦੇਨ ਬੱਚੋਂ ਗਾਂ ਦਾ ਨਾਂ ਹੈ, ਜਿਹੜੀ ਮਤਲਬ ਸਾਰੇ ਪਦਾਰਥ ਪ੍ਰਦਾਨ ਕਰ ਦਿੰਦੀ ਸੀ, ਠੀਕ ਹੈ ਨਾ। ਅਤੇ ਜੋ ਵੀ ਉਹ ਤੋਂ ਮੰਗੋ ਤਾਂ ਉਹ ਮਿਲ ਜਾਂਦਾ ਸੀ, ਕਾਮਦੇਨ ਗਾਂ ਕਿਹਾ ਗਿਆ। ਉਸ ਅਜਿਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਹ ਮਨ, ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਤਦੋਂ ਸਾਰੇ ਸੁੱਖ ਹਾਸਲ ਕਰ ਲਏਗਾ। ਮੇਰੇ ਮਨ, ਸਦਾ ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਤੈਨੂੰ ਸਰਬ ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ। ਇਸ ਤਰ੍ਹਾਂ ਲੋਕ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ। ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ। ਫਿਰ ਵੀ ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਦਾਸ ਨਾਨਕ ਜੋ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਈਦਾ ਹੈ। ਉਸ ਤੋਂ ਬਾਅਦ ਆ ਗਈ ਬੱਚੋ ਆਪ ਜੀ ਦੀ ਪਵਿੱਤਰ ਬਾਣੀ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ। ਤਾਂ ਪ੍ਰਸੰਗ ਇਹੀ ਹੈ ਬੱਚੋ ਵੀ ਅਖੀਰਲੀ ਸਤਰ ਹੈ ਜਿਹੜੀ ਆਪਾਂ ਵਿਆਖਿਆ ਵਾਲੀ ਉਹ 'ਚ ਲਿਖ ਦਾਂਗੇ ਵੀ ਮੇਰਾ ਮਨ ਗੁਰੂ ਦੇ ਦਰਸ਼ਨਾਂ ਵਾਸਤੇ ਬਹੁਤ ਤੜਫ ਰਿਹਾ ਹੈ। ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ ਇਉਂ ਲੁੱਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾਂ ਤਿਹਾਇਆ ਮਨੁੱਖ। ਪਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ। ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ, ਮੇਰਾ ਪ੍ਰਭੂ ਹੀ ਜਾਣਦਾ ਹੈ। ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ ਤਾਂ ਮੈਨੂੰ ਇਉਂ ਲੱਗਦਾ ਹੈ ਕਿ ਉਹ ਮਨੁੱਖ ਮੇਰਾ ਭਰਾ ਹੈ, ਮੇਰਾ ਵੀਰ ਹੈ। ਇਹ ਸਹੇਲੀਏ, ਗੁਰੂ ਦੀ ਸ਼ਾਂਤੀ ਦੇਣ ਵਾਲੀ ਮੱਤ ਲੈ ਕੇ ਮੈਨੂੰ ਵੀ ਮਿਲਿਆ ਕਰ ਅਤੇ ਮੈਨੂੰ ਮੇਰੇ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਸੁਣਾਇਆ ਕਰ। ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਆਪਣੇ ਦਾਸ ਦੀ ਜੋ ਦਰਸ਼ਨ ਦੇ ਆਸ ਹੈ ਨਾ ਉਹਨੂੰ ਪੂਰੀ ਕਰ। ਤੇਰੇ ਦਰਸ਼ਨਾਂ ਨਾਲ ਮੇਰੇ ਹਿਰਦੇ ਨੂੰ ਠੰਡ ਪੈਂਦੀ ਹੈ। ਅੱਗੇ ਆ ਗਈ ਬੱਚਿਓ ਆਪ ਜੀ ਦੀ ਪਵਿੱਤਰ ਬਾਣੀ, ਪ੍ਰਭ ਕੀਜੈ ਕਿਰਪਾ ਨਿਧਾਨ। ਅਤੇ ਇਸ ਵਿੱਚ ਮਨੁੱਖ ਕਹਿੰਦਾ ਹੈ ਕਿ ਮੇਰੇ 'ਤੇ ਕਿਰਪਾ ਕਰ, ਰੱਬ ਨੂੰ ਕਹਿੰਦਾ ਮਨੁੱਖ, ਠੀਕ ਹੈ ਨਾ। ਤਾਂ ਵਿਆਖਿਆ ਕੇਂਦਰੀ ਭਾਵ ਆਪਾਂ ਕਿੱਦਾਂ ਲਿਖਾਂਗੇ? ਪ੍ਰਭੂ ਸਾਡੇ 'ਤੇ ਮਿਹਰ ਕਰ, ਅਸੀਂ ਜੀਵ ਤੇਰੇ ਗੁਣ ਗਾਉਂਦੇ ਰਹੀਏ। ਮੈਂ ਸਦਾ ਤੇਰੀ ਮਿਹਨਤ ਦੀ ਹੀ ਆਸ ਕਰਦਾ ਰਹਾਂ ਕਿ ਪ੍ਰਭੂ ਜੀ ਮੈਨੂੰ ਕਦੋਂ ਆਪਣੇ ਗਲ ਨਾਲ ਲਾਣਗੇ। ਅਸੀਂ ਜੀਵ ਮੂਰਖ ਅਣਜਾਣੇ ਬੱਚੇ ਹਾਂ। ਪ੍ਰਭੂ ਪਿਤਾ ਜੀ ਸਾਨੂੰ ਸਮਝਾਉਂਦਾ ਰਹਿੰਦਾ ਹੈ ਨਾ, ਮਤਲਬ ਸਦਾ ਸਮਝਾਉਂਦੇ ਰਹਿੰਦੇ ਹਨ। ਪੁੱਤਰ ਮੁੜ ਮੁੜ ਹਰ ਵੇਲੇ ਭੁੱਲਦਾ ਹੈ, ਵਿਗਾੜ ਕਰਦਾ ਹੈ, ਪਰ ਜਗਤ ਦੇ ਪਿਤਾ ਨੂੰ ਜੀਵ ਬੱਚੇ ਫਿਰ ਵੀ ਪਿਆਰੇ ਲੱਗਦੇ ਹਨ। ਜੋ ਕੁਝ ਪਰਮਾਤਮਾ ਆਪ ਦਿੰਦਾ ਹੈ ਉਹੀ ਕੁਝ ਅਸੀਂ ਲੈ ਸਕਦੇ ਹਾਂ। ਪ੍ਰਭੂ ਬਿਨਾਂ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ ਜਿਸ ਕੋਲ ਅਸੀਂ ਜੀਵ ਜਾ ਸਕੀਏ। ਜਿਹੜੇ ਭਗਤ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਦੇ ਹਨ। ਭਗਤ ਪ੍ਰਭੂ ਦੀ ਜੋਤ ਵਿੱਚ ਆਪਣੀ ਜਿੰਦ ਮਿਲਾ ਕੇ ਪ੍ਰਭੂ ਦੀ ਜੋਤ ਨਾਲ ਇਕਮਿਕ ਹੋਏ ਰਹਿੰਦੇ ਹਨ। ਪ੍ਰਭੂ ਜੀ ਆਪ ਹੀ ਦਿਆਲ ਹੋ ਕੇ ਜੀਵਾਂ ਅੰਦਰ ਆਪ ਹੀ ਆਪਣਾ ਪਿਆਰ ਪੈਦਾ ਕਰਦੇ ਹਨ। ਦਾਸ ਪ੍ਰਭੂ ਦੇ ਸ਼ਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਦਰ 'ਤੇ ਡਿੱਠਾ ਰਹਿੰਦਾ ਹੈ। ਪ੍ਰਭੂ ਜੀ ਦਰ ਪਏ ਦੀ ਆਪ ਹੀ ਇੱਜ਼ਤ ਰੱਖਦੇ ਹਨ। ਸੋ ਬੱਚੋ ਇਹ ਸਨ ਆਪ ਜੀ ਦੀਆਂ ਪਵਿੱਤਰ ਬਾਣੀਆਂ ਦੀ ਵਿਆਖਿਆ।
ਔਰ ਕੇਂਦਰੀ ਭਾਵ ਤੇ ਆਓ ਹੁਣ ਆਪਾਂ ਪ੍ਰਸ਼ਨ ਕਰੀਏ। ਬੱਚਿਓ ਆਪ ਜੀ ਦੀਆਂ ਰਚਨਾਵਾਂ ਦੇ ਨਾਮ ਪੁੱਛੇ ਜਾ ਸਕਦੇ ਨੇ ਔਰ ਰਚਨਾਵਾਂ ਦੇ ਨਾਮ ਲਿਖ ਕੇ ਮਤਲਬ ਇਹ ਪੁੱਛਿਆ ਜਾ ਸਕਦਾ ਕਿ ਕਿਹਨਾਂ ਨੇ ਲਿਖੇ ਨੇ, ਠੀਕ ਹੈ ਨਾ। ਸੋ ਤੁਸੀਂ ਦੇਖਣਾ। ਅਤੇ ਫਿਰ ਉਸ ਤੋਂ ਬਾਅਦ ਆ ਗਿਆ ਬੱਚੇ ਹੋ ਪੰਥ ਦਸਾਈ ਨਿਤ ਖੜੀ ਸਲੋਕ ਵਿੱਚ ਸਭ ਜਗਜੀਵਨ ਜਗ ਆਪ ਹੈ ਸਤਰ ਵਿੱਚ ਕਿਸ ਨੂੰ ਸੰਬੋਧਿਤ ਕੀਤਾ ਗਿਆ? ਪਰਮਾਤਮਾ ਨੂੰ। ਜੀਵ ਇਸਤਰੀ ਨੂੰ ਪਰਮਾਤਮਾ ਨਾਲ ਕਿਸ ਨੇ ਮਿਲਾਇਆ ਹੈ? ਸਤਿਗੁਰੂ ਨੇ। ਗੁਰੂ ਕਿਹਨਾਂ ਦੇ ਮਾਣ ਆਸਰਾ ਹੈ? ਨਿਮਾਣਿਆਂ ਦਾ। ਕਿਸ ਦੀ ਵਡਿਆਈਆਂ ਕਰਕੇ ਮਨ ਰੱਜਦਾ ਨਹੀਂ? ਸਤਿਗੁਰ ਦੀ। ਕੌਣ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਸਮਰੱਥ ਹੈ? ਸਤਿਗੁਰੂ। ਸਾਰਾ ਸੰਸਾਰ ਕਿਸ ਨੂੰ ਮਿਲਣ ਲਈ ਲੋਚਦਾ ਹੈ? ਸਤਿਗੁਰੂ ਨੂੰ। ਭਾਗਾਂ ਤੋਂ ਬਿਨਾਂ ਕਿਸੇ ਦੇ ਦਰਸ਼ਨ ਨਹੀਂ ਹੁੰਦੇ? ਸਤਿਗੁਰੂ ਦੇ। ਕਿੱਥੋਂ ਲਿਖੇ ਹੋਏ ਹੁਕਮ ਨੂੰ ਕੋਈ ਨਹੀਂ ਮਿਟਾ ਸਕਦਾ ਧੁਰ ਦਰਗਾਹ ਤੋਂ। ਜੀਵਾਂ ਨੂੰ ਸਤਿਗੁਰੂ ਨਾਲ ਕੌਣ ਮਿਲਾਉਂਦਾ ਹੈ? ਪਰਮਾਤਮਾ ਆਪ। ਜੀਵਾਂ ਨੂੰ ਸਤਿਗੁਰੂ 'ਤੇ ਲੜ ਲਾ ਕੇ ਆਪਣੇ ਨਾਲ ਮਿਲਾਉਣ ਦੇ ਕੌਣ ਸਮਰੱਥ ਹੈ? ਪਰਮਾਤਮਾ ਆਪ। ਧੁਰ ਦਰਗਾਹ ਤੋਂ ਲਿਖੇ ਹੁਕਮ ਨੂੰ ਹਰ ਕੋਈ ਮਿਟਾ ਸਕਦਾ ਹੈ? ਗਲਤ। ਜਿਸ ਅੰਦਰ ਦਾਤ ਪਰਾਈ ਹੋਵੇ ਬਾਣੀ ਵਿੱਚ ਗੁਰੂ ਸਾਹਿਬ ਨੇ ਕਿਸ ਦੀ ਬੁਰੀ ਅਵਸਥਾ ਪੇਸ਼ ਕੀਤੀ ਹੈ? ਨਿੰਦਕ ਦੀ। ਕਿਸ ਦਾ ਕਦੇ ਭਲਾ ਨਹੀਂ ਹੁੰਦਾ? ਈਰਖਾਲੂ ਦਾ। ਜਿਸ ਅੰਦਰ ਦਾਤ ਪਰਾਈ ਹੋਵੇ ਸਲੋਕ ਵਿੱਚ ਗੁਰੂ ਰਾਮਦਾਸ ਜੀ ਈਰਖਾਲੂ ਮਨੁੱਖ ਬਾਰੇ ਕੀ ਕਹਿੰਦੇ ਹਨ? ਉਸ ਦਾ ਭਲਾ ਨਹੀਂ ਹੁੰਦਾ। ਕਿਸ ਦੀ ਸਾਰੀ ਕਮਾਈ ਖੂਹ ਵਿੱਚ ਪੈ ਜਾਂਦੀ ਹੈ? ਚੁਗਲਖੋਰ ਦੀ। ਕਿਸ ਦਾ ਮੂੰਹ ਕਾਲਾ ਹੁੰਦਾ ਹੈ? ਚੁਗਲਖੋਰ ਦਾ। ਨਿੰਦਿਆ ਕਰਨ ਵਾਲੇ ਦਾ ਨਾਂ ਕੀ ਮਸ਼ਹੂਰ ਹੋ ਜਾਂਦਾ ਹੈ? ਚੁਗਲ। ਜਿਸ ਅੰਦਰ ਦਾਤ ਪਰਾਈ ਹੋਵੇ ਬਾਣੀ ਵਿੱਚ ਗੁਰੂ ਜੀ ਮਨੁੱਖ ਨੂੰ ਕਿਸ ਚੀਜ਼ ਤੋਂ ਵਰਜਦੇ ਹਨ? ਪਰਾਈ ਨਿੰਦਿਆ ਤੋਂ। ਜਿਸ ਤਰ੍ਹਾਂ ਦੇ ਕੋਈ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਹੀ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਸਹੀ ਜਾਂ ਗਲਤ? ਸਹੀ। ਜਿਸ ਅੰਦਰ ਦਾਤ ਪਰਾਈ ਹੋਵੇ ਵਿੱਚ ਸਲੋਕ ਜਿਹਾ ਕੋ ਬਿਜੇ ਤਿਹਾ ਕੋ ਖਾਏ ਸਤਰ ਤੋਂ ਕੀ ਭਾਵ ਹੈ? ਵੀ ਇਸ ਦਾ ਭਾਵ ਹੈ ਕਿ ਜਿਹੋ ਜਿਹੇ ਮਨੁੱਖ ਕੰਮ ਕਰਦਾ ਹੋਈ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਬਾਣੀ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਕਿਸ ਤਰ੍ਹਾਂ ਪ੍ਰੇਰਿਆ ਹੈ? ਪਰਮਾਤਮਾ ਦਾ ਨਾਮ ਜਪਣ ਲਈ, ਚੰਗੇ ਕੰਮ ਕਰਨ ਲਈ। ਸਾਰੇ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੁੰਦੇ ਹਨ? ਪ੍ਰਭੂ ਦਾ ਸਿਮਰਨ ਕਰਕੇ। ਇੱਛਾ ਪੂਰਕ ਸਰਬ ਸੁਖ ਦਾਤਾ ਸਲੋਕ ਵਿੱਚ ਗੁਰੂ ਜੀ ਸੰਸਾਰ ਸਾਗਰ ਤੋਂ ਪਾਰ ਲੰਘਣ ਲਈ ਕਿਸ ਦਾ ਨਾਮ ਜਪਣ ਲਈ ਕਹਿੰਦੇ ਨੇ? ਸਤਿਗੁਰ ਦਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ ਸਲੋਕ ਵਿੱਚ ਗੁਰੂ ਰਾਮਦਾਸ ਜੀ ਪਰਮਾਤਮਾ ਦੀ ਗੱਲ ਦੱਸਣ ਨਾਲ ਕਿਹੜਾ ਰਿਸ਼ਤਾ ਜੋੜਦੇ ਹਨ? ਭਰਾ ਦਾ। ਅਸੀਂ ਲੋਕ ਪਰਲੋਕ ਵਿੱਚ ਇੱਜ਼ਤ ਕਿਸ ਤਰ੍ਹਾਂ ਖੱਟਦੇ ਹਾਂ? ਨਾਮ ਧਿਆਉਣ ਨਾਲ। ਕਿਸ ਥਾਂ 'ਤੇ ਝਗੜੇ ਬਖੇੜੇ ਮਿਟ ਜਾਂਦੇ ਹਨ? ਜਿੱਥੇ ਸਿਮਰਨ ਹੁੰਦਾ ਹੈ। ਸੰਸਾਰ ਸਾਗਰ ਤੋਂ ਕਿਸ ਤਰ੍ਹਾਂ ਤਰਿਆ ਜਾਂਦਾ ਹੈ? ਨਾਮ ਸਿਮਰਨ। ਗੁਰੂ ਰਾਮਦਾਸ ਜੀ ਅਨੁਸਾਰ ਸਾਰੇ ਸੁੱਖ ਦੇਣ ਵਾਲਾ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਕੌਣ ਹੈ? ਪਰਮਾਤਮਾ। ਅਤੇ ਪ੍ਰਭੂ ਦੇ ਸਿਮਰਨ ਨਾਲ ਸਭ ਝਗੜੇ ਬਖੇੜੇ ਦੂਰ ਹੋ ਜਾਂਦੇ ਹਨ? ਸਹੀ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ ਬਾਣੀ ਵਿੱਚ ਕਿਸ ਦੇ ਦਰਸ਼ਨਾਂ ਦੀ ਤੜਫ ਹੈ? ਪਰਮਾਤਮਾ ਦੇ। ਇੱਛਾ ਪੂਰਕ ਸਰਬ ਸੁਖ ਦਾਤਾ ਸਲੋਕ ਵਿੱਚ ਗੁਰੂ ਰਾਮਦਾਸ ਜੀ ਸੰਸਾਰ ਸਾਗਰ ਤੋਂ ਪਾਰ ਲੰਘਣ ਲਈ ਕਿਸ ਦਾ ਨਾਮ ਜਪਣ ਲਈ ਪ੍ਰੇਰਦੇ ਹਨ? ਪਰਮਾਤਮਾ ਦੇ। ਗੁਰੂ ਜੀ ਦੇ ਮਨ ਵਿੱਚ ਪ੍ਰੇਮ ਦੇ ਤੀਰ ਕਾਰਨ ਪ੍ਰਭੂ ਦੇ ਦਰਸ਼ਨ ਲਈ ਕਿਸ ਤਰ੍ਹਾਂ ਤੜਫ ਰਿਹਾ ਹੈ? ਤਿਹਾਈ ਮਨੁੱਖ ਵਾਂਗ। ਗੁਰੂ ਜੀ ਅਨੁਸਾਰ ਮਨ ਵਿੱਚ ਸ਼ਾਂਤੀ ਕਿਸ ਤਰ੍ਹਾਂ ਆਉਂਦੀ ਹੈ? ਪ੍ਰਭੂ ਦਰਸ਼ਨ ਨਾਲ। ਪ੍ਰਭੂ ਕੀਜੈ ਕਿਰਪਾ ਨਿਦਾਨ ਬਾਣੀ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਕਿਸ ਗੱਲ ਦੀ ਮਿਹਰ ਕਰਨ ਲਈ ਕਿਹਾ ਹੈ? ਆਪਣੇ ਗਲ ਲਾਉਣ ਦੀ। ਅਤੇ ਪ੍ਰਭੂ ਕੀਜੇ ਕਿਰਪਾ ਨਿਦਾਨ ਬਾਣੀ ਵਿੱਚ ਗੁਰੂ ਜੀ ਨੇ ਪਰਮਾਤਮਾ ਨਾਲ ਆਪਣੇ ਸੰਬੰਧਾਂ ਨੂੰ ਡੈਸ਼ ਬਿੰਬ ਦੁਆਰਾ ਪੇਸ਼ ਕੀਤਾ ਹੈ? ਪਿਤਾ ਪੁੱਤਰ। ਗੁਰੂ ਜੀ ਅਨੁਸਾਰ ਪ੍ਰਭੂ ਦਾ ਪਿਆਰ ਕੌਣ ਪੈਦਾ ਕਰਦਾ ਹੈ? ਪ੍ਰਭੂ ਆਪ ਹੀ। ਗੁਰੂ ਰਾਮਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹਨ ਬੱਚਿਓ? ਚੌਥੇ। ਠੀਕ ਹੈ ਨਾ। ਸੋ ਆਪ ਜੀ ਦੀ ਬਾਣੀ ਕਿੱਥੇ ਦਰਜ ਹੈ? ਗੁਰਮਤਿ ਕਾਵਿ ਦੇ ਵਿੱਚ। ਠੀਕ ਹੈ। ਸੋ ਬੱਚਿਓ ਇਹ ਸੀ ਆਪ ਜੀ ਦੀਆਂ ਪਵਿੱਤਰ ਬਾਣੀਆਂ ਦੀ ਵਿਆਖਿਆ ਔਰ ਪ੍ਰਸ਼ਨ ਉੱਤਰ, ਕੇਂਦਰੀ ਭਾਵ ਅਤੇ ਉਚਾਰਨ ਦੇ ਦੌਰਾਨ ਮੇਰੇ ਤੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ, ਇਸ ਕਰਕੇ ਮੈਂ ਖਿਮਾ ਦੀ ਯਾਚਕ ਹਾਂ। ਅਤੇ ਸੁਣਨ ਅਤੇ ਸਮਝਣ ਲਈ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ।